ਹੈਲੋ ਗਾਇਜ਼, ਵੈਲਕਮ ਬੈਕ ਮਾਈ ਚੈਨਲ। ਹੁਣ ਅਸੀਂ ਸੂਫੀ ਕਾਵਿ ਵਿੱਚ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਕਰਾਂਗੇ। ਬੁੱਲਾ ਕੀ ਜਾਣਾ ਮੈਂ ਕੌਣ ਦਾ ਪਹਿਲਾ ਕਾਵਿ ਟੋਟਾ ਹੈ। ਨਾ ਮੈਂ ਮੋਮਨ ਵਿੱਚ ਮਸੀਤਾ, ਨਾ ਮੈਂ ਕੁਫਰਾ ਇਮਾਨ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾ, ਨਾ ਮੈਂ ਮੂਸਾ ਨਾ ਫਰਿਆਉਣ, ਬੁੱਲਾ ਕੀ ਜਾਣਾ ਮੈਂ ਕੌਣ। ਹਾਂਜੀ, ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲੇ ਸ਼ਾਹ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕਰਦਾ ਹੈ। ਹਾਂਜੀ, ਇਸ ਦੀ ਵਿਆਖਿਆ ਹੈ। ਬੁੱਲੇ ਸ਼ਾਹ ਆਖਦਾ ਹੈ ਕਿ ਮੇਰੀ ਮੈਂ ਮਸੀਤਾਂ ਵਿੱਚ ਰਹਿਣ ਵਾਲਾ ਮੁਸਲਮਾਨ, ਸ਼ਰਅ ਦਾ ਪਾਬੰਦ ਮੋਮਨ ਹੋਣ ਵਿੱਚ ਨਹੀਂ ਹੈ। ਮੇਰੀ ਮੈਂ ਕੁਫਰ ਜਾਂ ਈਮਾਨ ਦੇ ਝਗੜੇ ਵਿੱਚ ਵੀ ਨਹੀਂ ਹੈ। ਮੇਰੀ ਮੈਂ ਆਪਣੇ ਆਪ ਨੂੰ ਪਵਿੱਤਰ ਜਾਂ ਅਪਵਿੱਤਰ ਲੋਕਾਂ ਵਿੱਚ ਗਿਣਨ ਵਿੱਚ ਵੀ ਨਹੀਂ ਹੈ। ਮੇਰੀ ਮੈਂ ਮਿਸਰ ਦੇ ਬਾਦਸ਼ਾਹ ਫਿਰੌਨ ਵਾਂਗ ਹੰਕਾਰੀ ਹੋਣ ਵਿੱਚ ਵੀ ਨਹੀਂ ਹੈ ਅਤੇ ਫਿਰੌਨ ਦਾ ਮਾਨ ਤੋੜਨ ਵਾਲਾ ਮੂਸਾ ਵਿੱਚ ਵੀ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਹਾਂਜੀ, ਹੁਣ ਦੂਸਰਾ ਕਾਵਿ ਟੋਟਾ ਹੈ। ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾਂ ਵਿੱਚ ਸ਼ਰਾਬਾਂ, ਨਾ ਮੈਂ ਰਿੰਦਾ ਮਸਤ ਖਰਾਬਾਂ, ਨਾ ਵਿੱਚ ਜਾਗਣ ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਹਾਂਜੀ, ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਪੁਸਤਕ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲੇ ਸ਼ਾਹ ਆਪਣੇ ਆਪ ਨੂੰ ਵੇਦਾਂ ਅਤੇ ਭੰਗ ਸ਼ਰਾਬ ਦੇ ਨਸ਼ਿਆਂ ਵਿੱਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕਰਦਾ ਹੈ। ਹਾਂਜੀ, ਇਸ ਦੀ ਵਿਆਖਿਆ ਹੈ। ਬੁੱਲਾ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਵੇਦ ਪੁਰਾਣ ਅਤੇ ਹੋਰ ਧਾਰਮਿਕ ਗ੍ਰੰਥ ਪੜ੍ਹਨ ਵਾਲਿਆਂ ਵਿੱਚ ਸ਼ਾਮਲ ਹੋਣ ਵਿੱਚ ਨਹੀਂ ਹੈ। ਨਾ ਹੀ ਮੇਰੀ ਮੈਂ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚ ਸ਼ਾਮਲ ਹੋਣ ਵਿੱਚ ਹੈ। ਨਾ ਮੇਰੀ ਮੈਂ ਮਲੰਗਾਂ ਵਿੱਚ ਸ਼ਾਮਲ ਹੋਣ ਵਿੱਚ ਹੈ ਅਤੇ ਨਾ ਹੀ ਮੇਰੀ ਮੈਂ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਜਗਰਾਤੇ ਕੱਟਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ ਅਤੇ ਨਾ ਹੀ ਸੁੱਤੇ ਰਹਿਣ ਵਾਲਿਆਂ ਵਿੱਚ ਹੋਣ ਕਰਕੇ ਹੈ। ਮੈਂ ਇਹ ਨਹੀਂ ਜਾਣਦਾ ਕਿ ਮੇਰੀ ਮੈਂ ਕਿਸ ਵਿੱਚ ਹੈ ਅਤੇ ਕੀ ਹੈ। ਹਾਂਜੀ, ਹੁਣ ਸਾਡੇ ਕੋਲ ਤੀਸਰਾ ਕਾਵਿ ਟੋਟਾ ਹੈ। ਨਾ ਵਿੱਚ ਸ਼ਾਦੀ ਨਾ ਗਮ ਕਾਕੀ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੈਂ ਆਤਸ਼ ਨਾ ਮੈਂ ਪੌਣ, ਬੁੱਲਾ ਕੀ ਜਾਣਾ ਮੈਂ ਕੌਣ। ਹਾਂਜੀ, ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਬੁੱਲੇ ਸ਼ਾਹ ਦੀ ਦੁਆਰਾ ਲਿਖੀ ਗਈ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚ ਲਿਆ ਗਿਆ ਹੈ। ਇਹ ਕਾਫੀ ਵਿੱਚ ਬੁੱਲੇ ਸ਼ਾਹ ਆਪਣੇ ਆਪ ਨੂੰ ਖੁਸ਼ੀਆਂ, ਗਮੀਆਂ ਅਤੇ ਪਵਿੱਤਰ ਲੋਕਾਂ ਵਿੱਚ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦੀ ਯਤਨ ਕਰਦਾ ਹੈ। ਹਾਂਜੀ, ਇਸ ਦੀ ਵਿਆਖਿਆ ਹੈ। ਬੁੱਲਾ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਖੁਸ਼ੀ ਮਨਾਉਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਦੁੱਖ ਰਹਿਣ ਵਾਲਿਆਂ ਵਿੱਚ ਹੈ। ਨਾ ਹੀ ਮੇਰੀ ਮੈਂ ਪਵਿੱਤਰ ਲੋਕਾਂ ਵਿੱਚ ਹੈ, ਨਾ ਹੀ ਅਪਵਿੱਤਰ ਲੋਕਾਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ਮੈਂ ਪਾਣੀ ਦਾ ਬਣਿਆ ਹੋਣ ਵਿੱਚ ਹੈ ਅਤੇ ਨਾ ਹੀ ਮਿੱਟੀ ਦਾ ਬਣਿਆ ਹੋਣ ਵਿੱਚ ਹੈ। ਨਾ ਮੇਰੀ ਮੈਂ ਅੱਗ ਦਾ ਬਣਿਆ ਹੋਣ ਵਿੱਚ ਹੈ ਅਤੇ ਨਾ ਹੀ ਹਵਾ ਦਾ ਬਣਿਆ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ ਅਤੇ ਮੈਂ ਕੌਣ ਹਾਂ। ਹਾਂਜੀ, ਸਾਡੇ ਕੋਲ ਚੌਥੀ ਕਾਫੀ ਹੈ। ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ, ਨਾ ਹਿੰਦੂ ਤੁਰਕ ਨਾ ਪਿਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁੱਲਾ ਕੀ ਜਾਣਾ ਮੈਂ ਕੌਣ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲਾ ਸ਼ਾਹ ਆਪਣੇ ਆਪ ਨੂੰ ਧਰਮ, ਖੇਤਰ ਅਤੇ ਭਾਸ਼ਾ ਦੀਆਂ ਬੰਦਸ਼ਾਂ ਵਿੱਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕਰਦਾ ਹੈ। ਹਾਂਜੀ, ਇਸ ਦੀ ਵਿਆਖਿਆ ਹੈ। ਬੁੱਲੇ ਸ਼ਾਹ ਕਹਿੰਦਾ ਹੈ ਕਿ ਨਾ ਮੇਰੀ ਮੈਂ ਅਰਬ ਦਾ ਹੋਣ ਵਾਲਿਆਂ ਵਿੱਚ ਹੈ ਅਤੇ ਨਾ ਹੀ ਲਾਹੌਰ ਦਾ ਰਹਿਣ ਵਾਲਿਆਂ ਵਿੱਚ। ਨਾ ਮੇਰੀ ਮੈਂ ਹਿੰਦੀ ਹੋਣ ਵਿੱਚ ਹੈ ਅਤੇ ਨਾ ਹੀ ਨਾਗੌਰ ਸ਼ਹਿਰ ਦਾ ਰਹਿਣ ਵਾਲੇ ਵਿੱਚ ਹੈ। ਨਾ ਮੇਰੀ ਮੈਂ ਹਿੰਦੂ ਹੋਣ ਵਿੱਚ ਹੈ, ਨਾ ਹੀ ਪਿਸ਼ੌਰੀ ਤੁਰਕ ਹੋਣ ਵਿੱਚ ਹੈ, ਨਾ ਹੀ ਨਦੌਣ ਦੇ ਸੂਫੀ ਤਕੀਏ ਨਾਲ ਸੰਬੰਧ ਰੱਖਣ ਵਾਲੇ ਹੋਣ ਵਿੱਚ ਹੈ। ਨਾ ਹੀ ਮੈਂ ਕੁਝ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ ਜਾਂ ਕੀ ਹੋਣ ਵਿੱਚ ਹੈ।
ਹਾਂਜੀ, ਸਾਡੇ ਕੋਲ ਹੁਣ ਪੰਜਵੇਂ ਕਾਫੀ ਹੈ। ਨਾ ਮੈਂ ਭੇਦ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ, ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ ਨਾ ਵਿੱਚ ਪਾਉਣ, ਬੁੱਲਾ ਕੀ ਜਾਣਾ ਮੈਂ ਕੌਣ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਜਾਤ ਪਾਤ ਅਤੇ ਰਿਸ਼ਤਿਆਂ ਦੀਆਂ ਬੰਦਿਸ਼ਾਂ ਵਿੱਚੋਂ ਬਾਹਰ ਰੱਖ ਕੇ ਆਪਣੀ ਅਸਲੀਅਤ ਦੀ ਪਛਾਣਨ ਦਾ ਯਤਨ ਕਰਦਾ ਹੈ। ਹਾਂਜੀ, ਸਾਡੇ ਕੋਲ ਇਸ ਦੀ ਵਿਆਖਿਆ ਹੈ। ਬੁੱਲ੍ਹਾ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਮਜ਼ਹਬ ਦਾ ਭੇਤ ਜਾਣਨ ਵਿੱਚ ਨਹੀਂ ਹੈ। ਮੇਰੀ ਮੈਂ ਬਾਬੇ ਆਦਮ ਤੇ ਮਾਈ ਹਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ ਹੈ, ਅਤੇ ਨਾ ਹੀ ਮੇਰੀ ਮੈਂ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਂ ਕਰਾਉਣ ਵਿੱਚ ਹੈ। ਨਾ ਮੇਰੀ ਮੈਂ ਇੱਕ ਥਾਂ ਡੇਰਾ ਲਾਉਣ ਵਾਲੇ ਫਕੀਰਾਂ ਵਿੱਚ ਹੈ, ਅਤੇ ਨਾ ਹੀ ਘੁੰਮਣ ਵਾਲਿਆਂ ਵਿੱਚ ਹੋਣ ਵਿੱਚ ਸ਼ਾਮਿਲ ਵਿੱਚ ਹੈ। ਨਾ ਹੀ ਮੈਂ ਨਹੀਂ ਜਾਣਦਾ ਹਾਂ ਕਿ ਮੇਰੀ ਮੈਂ ਕੀ ਹੈ ਅਤੇ ਇਹ ਕਿਸ ਵਿੱਚ ਹੈ। ਹਾਂਜੀ, ਸਾਡੇ ਕੋਲ ਅਗਲਾ ਕਾਫੀ ਹੈ। ਅੱਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲ੍ਹਾ ਸ਼ਾਹ ਖੜਾ ਹੈ ਕੌਣ, ਬੁੱਲਾ ਕੀ ਜਾਣਾ ਮੈਂ ਕੌਣ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਪੁਸਤਕ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚ ਲਿਆ ਗਿਆ ਹੈ। ਇਹ ਕਾਫੀ ਵਿੱਚ ਬੁੱਲ੍ਹੇ ਸ਼ਾਹ ਰੱਬ ਦੀ ਹੋਂਦ ਤੋਂ ਇਲਾਵਾ ਸਭ ਕੁਝ ਨਿਕਾਰਦਾ ਹੋਇਆ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦੀ ਯਤਨ ਕਰਦਾ ਹੈ। ਹਾਂਜੀ, ਵਿਆਖਿਆ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਹੇ ਪ੍ਰਭੂ, ਮੇਰੀ ਮੈਂ ਕਿਸੇ ਵੀ ਸਥਿਤੀ ਵਿੱਚ ਮੌਜੂਦ ਨਹੀਂ ਹੈ। ਮੈਂ ਮੁੱਢ ਕਦੀਮ ਤੋਂ ਅੰਤ ਤੱਕ ਇੱਕ ਤੈਨੂੰ ਹੀ ਜਾਣਦਾ ਹਾਂ, ਅਤੇ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਪਛਾਣਦਾ ਵੀ ਨਹੀਂ ਹਾਂ। ਮੈਥੋਂ ਤੇਰੇ ਬਿਨਾਂ ਕਿਸੇ ਹੋਰ ਦੀ ਪਛਾਣ ਨਹੀਂ ਹੁੰਦੀ, ਅਤੇ ਬੁੱਲ੍ਹੇ ਸ਼ਾਹ ਦੀ ਹਸਤੀ ਤੇਰੇ ਸਾਹਮਣੇ ਕੁਝ ਵੀ ਨਹੀਂ ਹੈ। ਮੈਂ ਕੇਵਲ ਤੇਰੀ ਹਸਤੀ ਨੂੰ ਜਾਣਦਾ ਹਾਂ। ਇਸ ਤੋਂ ਇਲਾਵਾ ਪ੍ਰਭੂ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਹਾਂਜੀ, ਇਸ ਦਾ ਕੇਂਦਰੀ ਭਾਵ ਹੈ ਬੁੱਲਾ ਕੀ ਜਾਣਾ ਮੈਂ ਕੌਣ ਦਾ। ਹੁਣ ਅਸੀਂ ਪੜ੍ਹਾਂਗੇ। ਸੂਫੀ ਰਹੱਸਵਾਦੀ ਅਨੁਭਵ ਰਾਹੀਂ ਰੱਬ ਨਾਲ ਇਕਾਤਮਾ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਆਪਣੀ ਮੈਂ ਦੀ ਕਿਸੇ ਸਥਿਤੀ ਵਿੱਚ ਵੀ ਕੋਈ ਹੋਂਦ ਨਹੀਂ ਰਹਿੰਦੀ, ਅਤੇ ਉਸ ਨੂੰ ਆਪਣੇ ਆਪ ਸਮੇਤ ਸਾਰਾ ਸੰਸਾਰ ਉਸ ਸੱਚੇ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ। ਹਾਂਜੀ, ਇਸ ਦੇ ਵਸਤੂਨਿਸ਼ਟ ਪ੍ਰਸ਼ਨ ਹੁਣ ਅਸੀਂ ਪੜ੍ਹਾਂਗੇ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਬੁੱਲਾ ਕੀ ਜਾਣਾ ਮੈਂ ਕੌਣ ਕਿਸ ਦੀ ਰਚਨਾ ਹੈ। ਬੁੱਲ੍ਹੇ ਸ਼ਾਹ ਦੀ। ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਕਿਹਨਾਂ ਰੀਤਾਂ ਦਾ ਪਾਬੰਦ ਨਹੀਂ ਮੰਨਦਾ, ਕੁਫਰ ਜਾਂ ਈਮਾਨ ਦੀਆਂ। ਫਿਰੌਨ ਕਿੱਥੇ ਦਾ ਹੰਕਾਰੀ ਬਾਦਸ਼ਾਹ ਸੀ, ਮਿਸਰ ਦਾ। ਬੁੱਲ੍ਹੇ ਸ਼ਾਹ ਕਿਹੜੀ ਇੱਕੋ ਗੱਲ ਨੂੰ ਜਾਣਦਾ ਹੈ, ਰੱਬ ਦੀ ਹੋਂਦ ਨੂੰ। ਫਿਰੌਨ ਦਾ ਮਨ ਕਿਸ ਨੇ ਤੋੜਿਆ, ਹਜ਼ਰਤ ਮੂਸਾ ਨੇ। ਬੁੱਲ੍ਹੇ ਸ਼ਾਹ ਕਿਸ ਭੇਦ ਨੂੰ ਪਾਉਣ ਦਾ ਦਾਅਵਾ ਨਹੀਂ ਕਰਦਾ, ਮਜ਼ਹਬ ਦਾ। ਹਾਂਜੀ, ਹੁਣ ਸਾਡੇ ਕੋਲ ਦੂਸਰੀ ਕਾਫੀ ਹੈ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਜਿਹਦੇ ਵਿੱਚ ਸਾਡੇ ਕੋਲ ਪਹਿਲੀ ਕਾਫੀ ਹੈ। ਫੂਕ ਮੁਸੱਲਾ ਪੰਨ ਸਿੱਟ ਲੋਟਾ, ਨਾ ਫੜ ਤਸਬੀਹ ਕਾਸਾ ਸੋਟਾ, ਆਲਮ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋ ਖਾ ਮੁਰਦਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਓਂ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਹਾਂਜੀ, ਸਾਡੇ ਕੋਲ ਵਿਆਖਿਆ ਹੈ। ਬੁੱਲ੍ਹੇ ਸ਼ਾਹ ਆਖਦਾ ਹੈ ਕਿ ਸ਼ਫ ਨੂੰ ਫੂਕ ਦਿਓ ਅਤੇ ਲੋਟੇ ਨੂੰ ਭੰਨ ਕੇ ਸੁੱਟ ਦਿਓ। ਫਕੀਰੀ ਦੇ ਚਿੰਨ੍ਹ ਮਾਲਾ, ਕਚਕੌਲ ਅਤੇ ਸੋਟਾ ਆਦਿ ਫੜਨ ਦੀ ਕੋਈ ਜ਼ਰੂਰਤ ਨਹੀਂ ਹੈ। ਰੱਬੀ ਗਿਆਨ ਦੀ ਸਮਝ ਰੱਖਣ ਵਾਲਾ ਇਹ ਆਖਦਾ ਹੈ ਕਿ ਸਾਰੇ ਸੰਸਾਰ ਵਿੱਚ ਇਹਨਾਂ ਵਿਚਾਰਾਂ ਦਾ ਹੋਕਾ ਦੇ ਦੇਵੋ ਕਿ ਹਲਾਲ ਜਾਂ ਹਰਾਮ ਦੇ ਝਗੜੇ ਵਿੱਚ ਨਾ ਪਵੋ। ਰੱਬ ਨਾਲ ਇਸ਼ਕ ਦੀ ਨਵੀਓਂ ਨਵੀਂ ਬਹਾਰ ਹੈ। ਰੱਬ ਨਾਲ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ, ਭਾਵ ਰੱਬ ਦੇ ਆਸ਼ਿਕ ਮਜ਼ਹਬੀ ਬੰਧਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਉੱਚੀ ਅਵਸਥਾ ਵਿੱਚ ਵਿਚਰਦੇ ਹਨ। ਹਾਂਜੀ, ਸਾਡੇ ਕੋਲ ਹੁਣ ਦੂਸਰੀ ਕਾਫੀ ਹੈ। ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ, ਕਦੇ ਨਮਾਜ਼ ਵਹਿਦਤ ਨਾ ਕੀਤੀ, ਹੁਣ ਕਿਉਂ
करना है ताड़ो ताड़ इश्क दी नवीं नवीं बहार। हाँ जी, साडे कोल इस दी प्रसंग है। एक काव्य टोटा जमात 10वीं ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਂ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਹ ਕਾਫੀ ਵਿੱਚ ਕਵੀ ਧਾਰਮਿਕ ਸਥਾਨਾਂ 'ਤੇ ਜਾ ਕੇ ਲੰਘਾਏ ਸਮੇਂ ਨੂੰ ਵਿਅਰਥ ਦੱਸ ਕੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ ਕਾਂਡਾਂ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਹਾਂਜੀ, ਸਾਡੇ ਕੋਲ ਇਸ ਦੀ ਵਿਆਖਿਆ ਹੈ। ਬੁੱਲੇ ਸ਼ਾਹ ਆਖਦਾ ਹੈ ਕਿ ਬੰਦਾ ਆਪਣੀ ਸਾਰੀ ਉਮਰ ਪਵਿੱਤਰ ਮਸੀਤਾਂ ਵਿੱਚ ਗੁਜ਼ਾਰਦਾ ਹੈ, ਪਰ ਨੇਕ ਕੰਮ ਨਾ ਕਰਨ ਕਰਕੇ ਉਸ ਦਾ ਅੰਦਰ ਗੁਨਾਹਾਂ ਅਤੇ ਪਾਪਾਂ ਨਾਲ ਭਰਿਆ ਰਹਿੰਦਾ ਹੈ। ਉਹ ਕਦੇ ਵੀ ਸੱਚੇ ਦਿਲੋਂ ਰੱਬ ਦੀ ਬੰਦਗੀ ਨਹੀਂ ਕਰਦਾ, ਪਰ ਸਮਾਂ ਲੰਘ ਜਾਣ 'ਤੇ ਉਹ ਹਫੜਾ ਦਫੜੀ ਵਿੱਚ ਪੈ ਜਾਂਦਾ ਹੈ। ਪਰਮਾਤਮਾ ਦੇ ਇਸ਼ਕ ਦੀ ਬਹਾਰ ਨਵੀਂ ਨਵੀਂ ਹੈ। ਪਰਮਾਤਮਾ ਦੇ ਸੱਚੇ ਇਸ਼ਕ ਦਿਖਾਵੇ ਨਹੀਂ ਕਰਦੇ, ਸਗੋਂ ਉਹ ਇਸ਼ਕ ਤੋਂ ਪ੍ਰਾਪਤ ਹੋਣ ਵਾਲੀ ਪਰਮਾਤਮਾ ਦੀ ਇਕਮਿਕਤਾ ਨੂੰ ਬਹਾਰ ਨੂੰ ਮਾਣਦੇ ਹਨ। ਹਾਂਜੀ, ਸਾਡੇ ਕੋਲ ਹੁਣ ਤੀਸਰਾ ਕਾਵਿ ਟੋਟਾ ਹੈ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲ ਜੋੜਾ ਡਰਿਆ, ਭੱਜ ਭੱਜ ਠਾਕਰ ਦੁਆਰੇ ਵੜਿਆ, ਘਰ ਵਿੱਚ ਪਾਇਆ ਮਹਿਰਮ ਯਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਹਾਂਜੀ, ਇਸ ਦੇ ਵਿੱਚ ਸਾਡੇ ਕੋਲ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਂ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਹ ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੈਨੂੰ ਰੱਬ ਧਾਰਮਿਕ ਸਥਾਨਾਂ ਵਿੱਚੋਂ ਨਹੀਂ, ਆਪਣੇ ਹਿਰਦੇ ਵਿੱਚੋਂ ਪ੍ਰਾਪਤ ਹੋਇਆ ਹੈ। ਹਾਂਜੀ, ਹਿਰਦਾ ਕੀ ਹੁੰਦਾ ਹੈ? ਦਿਲ। ਕਵੀ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ ਕਾਂਡਾਂ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਹਾਂਜੀ, ਸਾਡੇ ਕੋਲ ਵਿਆਖਿਆ ਹੈ। ਬੁੱਲੇ ਸ਼ਾਹ ਕਹਿੰਦਾ ਹੈ ਕਿ ਜਦੋਂ ਮੈਂ ਆਪਣੇ ਮੁਰਸ਼ਿਦ ਪਾਸੋਂ ਰੱਬੀ ਇਸ਼ਕ ਦਾ ਸਬਕ ਸਿੱਖ ਲਿਆ ਤਾਂ ਮੇਰਾ ਦਿਲ ਮਸਜਿਦ ਕੋਲੋਂ ਲੰਘਦਿਆਂ ਡਰਨ ਲੱਗ ਪਿਆ ਅਤੇ ਮੈਂ ਭੱਜ ਕੇ ਠਾਕਰ ਦੁਆਰੇ ਵਿੱਚ ਜਾ ਵੜਿਆ, ਪਰ ਮੈਂ ਦੇਖਿਆ ਕਿ ਉੱਥੇ ਵੀ ਪਰਮਾਤਮਾ ਨਹੀਂ ਸੀ। ਅਸਲ ਵਿੱਚ ਪਰਮਾਤਮਾ ਬਾਹਰ ਕਿਤੇ ਨਹੀਂ, ਉਹ ਸਭ ਦੇ ਹਿਰਦਿਆਂ ਵਿੱਚ ਵਸਦਾ ਹੈ, ਭਾਵ ਦਿਲ ਵਿੱਚ ਵਸਦਾ ਹੈ। ਰੱਬ ਦੇ ਸੱਚੇ ਆਸ਼ਿਕਾਂ ਨੂੰ ਆਪਣੇ ਹਿਰਦੇ ਵਿੱਚੋਂ ਉਹ ਹੀ ਪਰਮਾਤਮਾ ਮਿਲਦਾ ਹੈ। ਇਹ ਰੱਬੀ ਇਸ਼ਕ ਦੀ ਨਵੀਂ ਬਹਾਰ ਹੈ। ਹਾਂਜੀ, ਹੁਣ ਸਾਡੇ ਕੋਲ ਚੌਥੀ ਕਾਵਿ ਟੋਟਾ ਹੈ। ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੁੱਤੀ ਮਾਰ ਗਵਾਈ, ਅੰਦਰ ਬਾਹਰ ਹੋਈ ਸਵਾਈ, ਜਿਤ ਵੱਲ ਵੇਖਾ ਯਾਰੋ ਯਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਂ ਨਵੀਂ ਬਹਾਰ ਵਿੱਚ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੈਨੂੰ ਰੱਬ ਆਪਣੇ ਹਿਰਦੇ ਵਿੱਚੋਂ ਪ੍ਰਾਪਤ ਹੋਇਆ ਹੈ, ਜਿਸ ਨਾਲ ਮੈਂ ਅੰਦਰ ਬਾਹਰ ਪਵਿੱਤਰ ਹੋ ਗਿਆ ਹਾਂ। ਕਵੀ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਹਾਂਜੀ, ਸਾਡੇ ਕੋਲ ਇਸ ਦੀ ਵਿਆਖਿਆ ਹੈ। ਬੁੱਲੇ ਸ਼ਾਹ ਕਹਿੰਦਾ ਹੈ ਕਿ ਜਦੋਂ ਮੈਂ ਆਪਣੇ ਮੁਰਸ਼ਿਦ ਦੀ ਸਿੱਖਿਆ ਨਾਲ ਰੱਬ ਦੇ ਇਸ਼ਕ ਦਾ ਭੇਦ ਪਾ ਲਿਆ ਤਾਂ ਮੇਰੇ ਅੰਦਰ ਹਿਊਮੇ ਅਤੇ ਅਹੰਕਾਰ ਖਤਮ ਹੋ ਗਏ ਅਤੇ ਪਰਮਾਤਮਾ ਵਿੱਚ ਮੇਰੇ ਤੇ ਤੇਰੇ ਦਾ ਫਰਕ ਖਤਮ ਹੋ ਗਿਆ, ਅਰਥਾਤ ਪਰਮਾਤਮਾ ਅਤੇ ਮੈਂ ਇੱਕਮਿਕ ਹੋ ਗਏ। ਅੰਦਰ ਬਾਹਰ ਮੇਰਾ ਸਾਫ਼ ਅਤੇ ਪਵਿੱਤਰ ਹੋ ਗਿਆ। ਮੈਂ ਸਾਰੇ ਭਰਮ ਭੁਲੇਖੇ ਅਤੇ ਸ਼ੰਕੇ ਦੂਰ ਹੋ ਗਏ। ਹੁਣ ਮੈਂ ਜਿਸ ਪਾਸੇ ਵੀ ਨਜ਼ਰ ਮਾਰਦਾ ਹਾਂ, ਮੈਨੂੰ ਆਪਣਾ ਅਸਲੀ ਯਾਰ ਉਹ ਪਰਮਾਤਮਾ ਹੀ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਇਸ ਪਰਮਾਤਮਾ ਨਾਲ ਇਸ਼ਕ ਦੀ ਨਵੀਂ ਨਵੀਂ ਬਹਾਰ ਹੈ। ਇਸ ਨੂੰ ਆਪਣਾ ਮੰਨ ਕੇ ਮਨੁੱਖ ਰੱਬੀ ਇਸ਼ਕ ਨੂੰ ਪ੍ਰਾਪਤ ਕਰ ਸਕਦਾ ਹੈ। ਹਾਂਜੀ, ਹੁਣ ਸਾਡੇ ਕੋਲ ਪੰਜਵਾਂ ਕਾਵਿ ਟੋਟਾ ਹੈ। ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡਦੀ ਵੇਲੇ, ਰਾਂਝਣ ਯਾਰ ਬੁੱਕਲ ਵਿੱਚ ਖੇਲੇ, ਮੈਨੂੰ ਸ਼ੁੱਧ ਬੁੱਧ ਰਹੀ ਨਾ ਸਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਹਾਂਜੀ, ਇਹ ਪ੍ਰਸੰਗ ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਂ ਨਵੀਂ ਬਹਾਰ ਵਿੱਚ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਰੱਬ ਨੂੰ ਮੈਂ ਬਾਹਰ ਲੱਭਿਆ, ਪਰ ਉਹ ਮੇਰੇ ਹਿਰਦੇ ਵਿੱਚ ਬੈਠਿਆ ਹੋਇਆ ਸੀ।
ਕਾਵਿ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਵਿਆਖਿਆ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੁਰਸ਼ਦ ਪਾਸੋਂ ਪ੍ਰਭੂ ਨੂੰ ਮਿਲਣ ਦਾ ਗਿਆਨ ਹਾਸਲ ਕਰਨ ਮਗਰੋਂ ਮੇਰਾ ਆਪਣੇ ਪਿਆਰੇ ਪ੍ਰਭੂ ਨਾਲ ਇਸ ਪ੍ਰਕਾਰ ਮਿਲਾਪ ਹੋ ਗਿਆ ਜਿਵੇਂ ਹੀਰ ਦਾ ਰਾਂਝੇ ਨਾਲ ਮਿਲਾਪ ਹੋਇਆ ਹੋਵੇ। ਇਸ ਸਥਿਤੀ ਵਿੱਚ ਪਹੁੰਚਣ ਤੋਂ ਪਹਿਲਾਂ ਮੇਰੀ ਹਾਲਤ ਵੀ ਹੀਰ ਵਰਗੀ ਸੀ ਜੋ ਕਿ ਭੁੱਲੀ ਭਟਕੀ ਰਾਂਝੇ ਨੂੰ ਜੰਗਲਾਂ ਵਿੱਚ ਲੱਭਦੀ ਹੈ, ਜਦਕਿ ਰਾਂਝਾ ਤਾਂ ਉਸ ਦੀ ਬਗਲ ਵਿੱਚ ਨੇੜੇ ਹੀ ਖੇਡ ਰਿਹਾ ਸੀ, ਪਰ ਉਸ ਨੂੰ ਕੋਈ ਸੁੱਧ ਬੁੱਧ ਜਾਂ ਖਬਰ ਨਹੀਂ ਸੀ। ਰੱਬੀ ਇਸ਼ਕ ਦੁਆਰਾ ਆਪਣੇ ਪ੍ਰੀਤਮ ਨੂੰ ਪਾ ਕੇ ਰੱਬੀ ਆਸ਼ਿਕ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਹਾਂਜੀ, ਸਾਡੇ ਕੋਲ ਅਗਲਾ ਕਾਵਿ ਟੋਟਾ ਹੈ। ਵੇਦ ਕੁਰਾਨਾਂ ਪੜ੍ਹ ਥੱਕੇ ਸਿਜਦੇ ਕਰਦਿਆਂ ਕੱਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਨ ਪਾਇਆ ਤਿਨ ਨੂਰ ਅਵਨਾਰ ਇਸ਼ਕ ਦੀ ਨਵੀਂ ਬਹਾਰ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਂ ਬਹਾਰ ਵਿੱਚ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੈਂ ਰੱਬ ਨੂੰ ਪ੍ਰਾਪਤ ਕਰਨ ਲਈ ਮਜ਼੍ਹਬੀ ਕਰਮ ਕਾਂਡ ਕੀਤੇ, ਪਰ ਸਾਰੇ ਵਿਅਰਥ ਹਨ। ਕਵੀ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਹਾਂਜੀ, ਸਾਡੇ ਕੋਲ ਇਸ ਦੀ ਵਿਆਖਿਆ ਹੈ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਧਾਰਮਿਕ ਕਰਮ ਕਾਂਡ ਕਰਕੇ ਵੇਦ ਅਤੇ ਕੁਰਾਨਾਂ ਨੂੰ ਪੜ੍ਹ ਕੇ ਮੈਂ ਥੱਕ ਗਿਆ ਸੀ। ਮੰਦਰਾਂ ਅਤੇ ਮਸੀਤਾਂ ਵਿੱਚ ਜਾ ਕੇ ਮੱਥੇ ਵੀ ਟੇਕੇ ਅਤੇ ਮੱਥੇ ਮੇਰੇ ਕੱਸ ਗਏ। ਰੱਬ ਤੀਰਥ ਅਸਥਾਨਾਂ ਅਤੇ ਮੱਕੇ ਵਿੱਚ ਜਾ ਕੇ ਨਹੀਂ ਮਿਲਦਾ। ਜਿਹੜਾ ਹਕੀਕੀ ਇਸ਼ਕ ਕਰਕੇ ਪਰਮਾਤਮਾ ਨੂੰ ਪਾ ਲੈਂਦਾ ਹੈ ਉਹ ਉਸਦੇ ਨੂਰ ਨਾਲ ਇੱਕਮਿਕ ਹੋ ਜਾਂਦਾ ਹੈ। ਰੱਬ ਦੇ ਆਸ਼ਿਕ ਪਰਮਾਤਮਾ ਨਾਲ ਇਸ਼ਕ ਕਰਕੇ ਇੱਕਮਿਕ ਹੋ ਗਏ ਹਨ, ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਹਾਂਜੀ, ਸਾਡੇ ਕੋਲ ਅਗਲਾ ਕਾਵਿ ਟੋਟਾ ਹੈ। ਇਸ਼ਕ ਭੁਲਾਇਆ ਸਿਜਦਾ ਤੇਰਾ ਹੁਣ ਕਿਉਂ ਐਵੇਂ ਪਾਵੇ ਝੇੜਾ, ਬੁੱਲਾ ਹੋ ਰਹੂ ਚੁੱਪ ਚੁਪੇੜਾ, ਸੱਕੀ ਸਗਲੀ ਪੁਕਾਰ ਇਸ਼ਕ ਦੀ ਨਵੀਂ ਬਹਾਰ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਜਦੋਂ ਮੈਂ ਰੱਬ ਨੂੰ ਆਪਣੇ ਹਿਰਦੇ ਵਿੱਚ ਪਾ ਲਿਆ ਤਾਂ ਮੈਂ ਮਜ਼੍ਹਬੀ ਕਰਮ ਕਾਂਡਾਂ ਨੂੰ ਭੁੱਲ ਗਿਆ। ਕਵੀ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਹਾਂਜੀ, ਸਾਡੇ ਕੋਲ ਇਸ ਦੀ ਵਿਆਖਿਆ ਹੈ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਹੇ ਪ੍ਰਭੂ, ਤੇਰੇ ਸੱਚੇ ਇਸ਼ਕ ਨੇ ਮੈਨੂੰ ਕਰਮ ਕਾਂਡਿਆਂ ਵਾਂਗ ਮੱਥੇ ਟੇਕਣਾ ਭੁਲਾ ਦਿੱਤਾ। ਜਦੋਂ ਮੈਂ ਤੇਰੇ ਨਾਲ ਇੱਕਮਿਕ ਹੋ ਗਿਆ ਹਾਂ ਤਾਂ ਮੈਨੂੰ ਕਿਸੇ ਹੋਰ ਝਗੜੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਹੁਣ ਮੈਂ ਚੁੱਪਚਾਪ ਕਰਕੇ ਬੈਠਣਾ ਚਾਹੁੰਦਾ ਹੈ। ਹੁਣ ਮੇਰੀ ਹਰ ਤਰ੍ਹਾਂ ਦੀ ਭੜਕਣਾ ਅਤੇ ਕੂਕ ਪੁਕਾਰ ਖਤਮ ਹੋ ਗਈ ਹੈ। ਮੈਂ ਜਾਣ ਗਿਆ ਹਾਂ ਕਿ ਪਰਮਾਤਮਾ ਮੇਰੇ ਅੰਦਰ ਵਸਦਾ ਹੈ। ਇਸ ਤਰ੍ਹਾਂ ਮੈਂ ਰੱਬੀ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣ ਰਿਹਾ ਹਾਂ। ਹਾਂਜੀ, ਇਸ਼ਕ ਦੀ ਨਵੀਂ ਬਹਾਰ ਕਵਿਤਾ ਦਾ ਕੇਂਦਰੀ ਭਾਵ ਹੁਣ ਅਸੀਂ ਪੜ੍ਹਾਂਗੇ। ਸੂਫੀ ਫਕੀਰ ਮਜ਼੍ਹਬਾਂ ਦੇ ਕਰਮ ਕਾਂਡਾਂ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਦਾ ਪਿਆਰ ਪਾ ਕੇ ਉਸ ਨੇ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦਾ ਹੈ ਅਤੇ ਉਸ ਨਾਲ ਇੱਕਮਿਕ ਹੋ ਜਾਂਦਾ ਹੈ। ਹਾਂਜੀ, ਹੁਣ ਅਸੀਂ ਇਸਦੇ ਵਸਤੂਨਿਸ਼ਟ ਪ੍ਰਸ਼ਨ ਪੜ੍ਹਾਂਗੇ। ਇਸ਼ਕ ਦੀ ਨਵੀਂ ਬਹਾਰ ਕਵਿਤਾ ਵਿੱਚ ਕਿਹੜੇ ਕਵੀ ਇਸ਼ਕ ਦੀ ਗੱਲ ਕਰਦਾ ਹੈ? ਹਕੀਕੀ ਇਸ਼ਕ ਦੀ। ਹਾਂਜੀ, ਸਾਡੇ ਕੋਲ ਦੂਸਰਾ ਪ੍ਰਸ਼ਨ, ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਫੂਕਣ ਲਈ ਕਹਿੰਦਾ ਹੈ? ਮੁਸੱਲਾ। ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਭੰਨਣ ਲਈ ਕਹਿੰਦਾ ਹੈ? ਲੋਟਾ। ਬੁੱਲ੍ਹੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ? ਰੱਬ। ਬੁੱਲ੍ਹੇ ਸ਼ਾਹ ਨੇ ਹੀਰ ਕਿਸ ਲਈ ਵਰਤਿਆ? ਆਪਣੇ ਆਪ ਲਈ। ਬੇਲਾ ਕਾਹਦਾ ਪ੍ਰਤੀਕ ਹੈ? ਮਜ਼੍ਹਬੀ ਕਰਮ ਕਾਂਡ ਦਾ। ਹਾਂਜੀ, ਹੁਣ ਸਾਡੇ ਕੋਲ ਤੀਸਰੀ ਕਵਿਤਾ ਹੈ। ਤੇਰਾ ਨਾਮ ਧਿਆਈ ਦਾ ਸਾਈਂ। ਤੇਰਾ ਨਾਮ ਧਿਆਈ ਦਾ ਸਾਈਂ, ਤੇਰਾ ਨਾਮ ਧਿਆਈ ਦਾ, ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਪੇ ਤਾਂਮ ਪਕਾਈ ਦਾ, ਰਲ ਫਕੀਰਾਂ ਮਜਲਸ ਕੀਤੀ ਪੋਰਾ ਖਾਈ ਦਾ, ਰੰਗੜ ਨਾਲੋਂ ਖਿੰਗੜ ਚੰਗਾ ਜਿਸ 'ਚ ਪੈਰ ਕਸਾਈ ਦਾ, ਬੁੱਲ੍ਹੇ ਸ਼ੋ ਨੂੰ ਸੋਈ ਪਾਵੇ ਜੋ ਬੱਕਰਾ ਬਣੇ ਕਸਾਈ ਦਾ। ਹਾਂਜੀ, ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਜਮਾਤ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫੀ ਤੇਰਾ ਨਾਮ ਧਿਆਈ ਦਾ ਸਾਈਂ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ
ਮੇਰੀ ਕੋਈ ਹਸਤੀ ਨਹੀਂ ਹੈ, ਮੈਂ ਆਪਣੇ ਪ੍ਰਭੂ ਮਾਲਕ ਨੂੰ ਧਿਆਉਂਦਾ ਹਾਂ। ਹਾਂਜੀ, ਇਸ ਦੀ ਵਿਆਖਿਆ ਹੈ। ਕਵੀ ਕਹਿੰਦਾ ਹੈ, ਹੇ ਪ੍ਰਭੂ, ਮੈਂ ਕੇਵਲ ਤੇਰਾ ਨਾਮ ਦਾ ਸਿਮਰਨ ਕਰਦਾ ਹਾਂ। ਮੈਂ ਇੱਕ ਨਿਕਾਰੀ ਜਿਹੀ ਵਸਤੂ ਹਾਂ। ਮੇਰੇ ਨਾਲੋਂ ਤਾਂ ਚੁੱਲ੍ਹਾ ਚੰਗਾ ਹੈ ਜਿਸ 'ਤੇ ਰੋਟੀ ਪਕਾਈ ਜਾਂਦੀ ਹੈ ਅਤੇ ਫ਼ਕੀਰ ਲੋਕ ਇੱਕ ਦੂਜੇ ਦੀ ਸੰਗਤ ਵਿੱਚ ਬੈਠ ਕੇ ਪੋਰਾ ਖਾ ਕੇ ਢਿੱਡ ਨੂੰ ਆਸਰਾ ਦਿੰਦੇ ਹਨ। ਮੈਂ ਕਿਸੇ ਕੰਮ ਆਉਣ ਜੋਗਾ ਨਹੀਂ ਹਾਂ। ਮੇਰੇ ਵਿੱਚ ਰੰਗੜ ਵਾਲੀ ਹਿਊਮੇ ਅਤੇ ਹੰਕਾਰ ਨਹੀਂ ਹੈ। ਮੈਂ ਰੰਗੜ ਨਾਲੋਂ ਖਿੰਗੜ ਨੂੰ ਚੰਗਾ ਸਮਝਦਾ ਹਾਂ, ਜਿਸ ਦੇ ਪੈਰਾਂ ਨੂੰ ਘਸਾ ਕੇ ਸਾਫ਼ ਕੀਤਾ ਜਾਂਦਾ ਹੈ। ਅਸਲ ਵਿੱਚ ਹੰਕਾਰੀ ਬੰਦਾ ਰੱਬ ਨੂੰ ਪਾ ਹੀ ਨਹੀਂ ਸਕਦਾ। ਉਹ ਹੀ ਰੱਬ ਨੂੰ ਪਾ ਸਕਦਾ ਹੈ ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋਵੇ, ਭਾਵ ਸਭ ਪ੍ਰਕਾਰ ਦੇ ਹੰਕਾਰ ਅਤੇ ਮਾਨ ਨੂੰ ਤਿਆਗ ਕੇ ਨਿਮਾਣਾ ਬਣ ਜਾਵੇ। ਹਾਂਜੀ, ਇਸ ਦਾ ਕੇਂਦਰੀ ਭਾਵ ਹੈ, ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਅਤੇ ਨਿਰਮਾਨਤਾ ਨੂੰ ਧਾਰਨ ਕਰਕੇ ਹੀ ਰੱਖਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦੇ ਇਸ਼ਕ ਵਿੱਚ ਜਾਨ ਦੀ ਬਾਜੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ। ਹਾਂਜੀ, ਇਸ ਦੇ ਵਸਤੂਨਿਸ਼ਟ ਪ੍ਰਸ਼ਨ ਨੂੰ ਅਸੀਂ ਪੜ੍ਹਾਂਗੇ। ਬੁੱਲ੍ਹੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ? ਚੁੱਲ੍ਹੇ ਨੂੰ। ਰੰਗੜ ਨਾਲੋਂ ਕਿਸ ਨੂੰ ਚੰਗਾ ਕਿਹਾ ਗਿਆ ਹੈ? ਖਿੰਗੜ ਨੂੰ, ਜਿਸ ਦੇ ਪੈਰ ਘਸਾ ਕੇ ਸਾਫ਼ ਕੀਤੇ ਜਾਂਦੇ ਹਨ। ਛੂਹ ਨੂੰ ਕੌਣ ਪਾਉਂਦਾ ਹੈ? ਜੋ ਕੁਰਬਾਨੀ ਦਿੰਦਾ ਹੈ। ਬੁੱਲ੍ਹੇ ਸ਼ਾਹ ਦਾ ਜਨਮ ਕਦੋਂ ਹੋਇਆ? 1680 ਈਸਵੀ ਵਿੱਚ, 1680 ਈਸਵੀ ਵਿੱਚ। ਬੁੱਲ੍ਹੇ ਸ਼ਾਹ ਦਾ ਮੁਰਸ਼ਦ ਕੌਣ ਸੀ? ਇਨਾਇਤ ਸ਼ਾਹ ਕਾਦਰੀ। ਹਾਂਜੀ, ਇਸ ਨਾਲ ਸਾਡੇ ਹੁਣ ਬੁੱਲ੍ਹੇ ਸ਼ਾਹ ਦੀਆਂ ਸਾਰੀਆਂ ਕਵਿਤਾਵਾਂ ਕੰਪਲੀਟ ਹੁੰਦੀਆਂ ਨੇ। ਥੈਂਕ ਯੂ guys for watching my video. Please like and subscribe my channel. Okay, bye bye everyone.